ਇਹਨਾਂ ਨੇ ਡੰਪ ਤਾਂ ਜ਼ਰੂਰ ਬਣਾਇਆ ਸੀਗਾ ਪਰ ਇਹ ਕਦੇ ਯੂਜ਼ ਨਹੀਂ ਹੋਇਆ ਹੈਗਾ ਕੂੜੇ ਕਰਕੇ ਇੱਥੇ ਆਵਾਰਾ ਪਸ਼ੂ ਸ਼ਰੇਆਮ ਘੁੰਮਦੇ ਨੇ, ਖੁੱਲੇ ਘੁੰਮਦੇ ਨੇ ਤੇ ਉਹਦੇ ਕਰਕੇ ਕਾਫੀ ਵਾਰ ਐਕਸੀਡੈਂਟ ਵੀ ਹੋਏ ਨੇ। ਆ ਬਿਲਕੁਲ ਦੇਖ ਲਓ ਪਿੱਛੇ ਬਿਲਕੁਲ ਸਾਰੀ ਰਿਹਾਇਸ਼ ਆ। ਜਦੋਂ ਬਾਰਿਸ਼ ਆਉਂਦੀ ਆ ਬਹੁਤ, ਜਦੋਂ ਕੂੜਾ ਚੱਕਦੇ ਵੀ ਆ ਉਦੋਂ ਪ੍ਰੋਪਰ ਇਹਨੂੰ ਉਹ ਨਹੀਂ ਕਰਕੇ ਜਾਂਦੇ ਕਿ ਸਫਾਈ ਨਹੀਂ ਕਰਕੇ ਜਾਂਦੇ, पूरी स्मेल उड़ती है। जो 28 सालों में कभी इन्होंने एक ईंट तक नहीं लगाई हुई है और ना सीवरेज पे कोई ध्यान दिया हुआ है। सबसे गंदा बहुमूल्य एरिया यही है। कूड़े कचरे का तो यहाँ डंप यार्ड भी नहीं है, ना कुछ कूड़ा कचरा उठाते हैं, जहाँ भी है वहीं साड़ देते हैं, फिर भी जमा जमा ही रहता है। यहाँ पर जो गलियाँ जो है इतनी गंदी है कि मेरे पापा की दुकान वहाँ होती थी पहले, अब पापा ने मेरा दुकान बंद कर दिया क्योंकि गलियाँ चलने लायक नहीं थी। रोड टुटे पे वा, सामने कूड़े का ढेर लगे होया वा, ना कूड़ा चक्कन वाला कोई आ रहा वा, ना रोड सही हो रहा, ना सीवरेज साफ हो रहा। ਸਤਿ ਸ਼੍ਰੀ ਅਕਾਲ। ਦਸੰਬਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਾਕਸ਼ੀ। ਵਾਰਡਾਂ ਦਾ ਜਾਇਜ਼ਾ ਲਿੱਤਾ ਜਾ ਰਿਹਾ। ਦਸੰਬਰ ਨਿਊਜ਼ ਦੀ ਟੀਮ ਵੱਲੋਂ ਲਗਾਤਾਰ ਲੁਧਿਆਣਾ ਦੇ 95 ਵਾਰਡਾਂ ਦੇ ਵਿੱਚ ਜਾ ਕੇ ਕੀ ਹਾਲਾਤ ਨੇ ਉਹਨਾਂ ਦੇ ਉਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸੋ ਫਿਲਹਾਲ ਹਲਕਾ ਈਸਟ ਦੇ ਵਿੱਚ ਪਹੁੰਚੇ ਹਾਂ, ਵਾਰਡ ਨੰਬਰ 28 ਦੇ ਵਿੱਚ। ਢੰਡਾਰੀ ਪਿੰਡ ਜੋ ਹੈ ਵਾਰਡ ਨੰਬਰ 28 ਦੇ ਵਿੱਚ ਪੈਂਦਾ ਹੈ। ਤਸਵੀਰਾਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰ ਦਿੰਦੇ, ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਜੀ ਹਾਂ, ਕੈਮਰਾਮੈਨ ਨੂੰ ਕਹੂੰਗੀ ਮੈਂ ਪਹਿਲਾਂ ਤਸਵੀਰਾਂ ਦਿਖਾਓ। ਢੰਡਾਰੀ ਪਿੰਡ ਦੇ ਵਿੱਚ ਅਸੀਂ ਖੜੇ ਹਾਂ। ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹਾਲਾਤ, ਕੂੜੇ ਦਾ ਢੇਰ ਜੋ ਹੈ ਇੱਥੇ ਲੱਗਿਆ ਹੋਇਆ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਸਾਹਮਣੇ ਬਿਲਕੁਲ ਤਸਵੀਰਾਂ ਦਿਖਾਉਂਦੇ ਆ, ਉੱਥੇ ਜਗ੍ਹਾ ਵੀ ਬਣੀ ਹੋਈ ਹੈ ਕੂੜੇ ਨੂੰ ਡੰਪ ਕਰਕੇ ਪ੍ਰੋਸੈਸ ਕਰਨ ਦੀ, ਲੇਕਿਨ ਉੱਥੇ ਕੂੜਾ ਨਹੀਂ ਸੁੱਟਿਆ ਜਾ ਰਿਹਾ। ਉਹ ਜਗ੍ਹਾ ਪੂਰੀ ਕਲੀਨ ਪਈ ਹੈ, ਸਾਫ਼ ਪਈ ਹੈ। ਜਿੱਥੇ ਕੂੜਾ ਹੋਣਾ ਚਾਹੀਦਾ ਤੇ ਜਿੱਥੇ ਕੂੜਾ ਨਹੀਂ ਹੋਣਾ ਚਾਹੀਦਾ, ਜਿੱਥੇ ਸਫਾਈ ਹੋਣੀ ਚਾਹੀਦੀ ਹੈ, ਉੱਥੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ। ਆਸ-ਪਾਸ ਜੋ ਹੈ ਫੈਕਟਰੀਆਂ ਬਣੀਆਂ ਹੋਈਆਂ ਨੇ, ਕੁਝ ਮਕਾਨ ਵੀ ਨੇ, ਕੁਝ ਰਿਹਾਇਸ਼ੀ ਲੋਕ ਇੱਥੇ ਰਹਿੰਦੇ ਵੀ ਨੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਗਰਾਊਂਡ ਦੇ ਵਿੱਚ ਬੱਚੇ ਖੇਡ ਵੀ ਰਹੇ ਨੇ। ਲੋਕ ਮੌਜੂਦ ਨੇ, ਗੱਲਬਾਤ ਕਰਦੇ ਹੋ ਉਹਨਾਂ ਦੇ ਨਾਲ। ਕੀ ਕਹਿਣਾ, ਕੀ ਨਾਮ ਹੈ ਸਰ ਤੁਹਾਡਾ? ਸੁੱਚਾ ਢੰਡਾਰੀ। ਇੱਥੇ ਹੀ ਰਹਿੰਦੇ ਹੋ? ਬਿਲਕੁਲ ਜੀ। ਕੀ ਹਾਲਾਤਾਂ ਬਾਰੇ ਬਿਆਨ ਕਰਨਾ ਚਾਹੋਗੇ? ਇੱਥੇ ਰਹਿੰਦੇ ਹੋ, ਆਸ-ਪਾਸ ਕੂੜਾ, ਜਿੱਥੇ ਕਿ ਕੂੜਾ ਪ੍ਰੋਸੈਸ ਹੋਣਾ ਚਾਹੀਦਾ ਉੱਥੇ ਨਹੀਂ ਸੁੱਟਿਆ ਜਾ ਰਿਹਾ, ਬਾਹਰ ਸੁੱਟਿਆ ਜਾ ਰਿਹਾ, ਕੀ ਮਾਹੌਲ ਹੈ? ਇਹ ਕੂੜੇ ਦਾ ਜਿਹੜਾ ਇੱਥੇ ਜਿਹੜੀ ਸਮੱਸਿਆ ਹੈ ਬਹੁਤ ਟਾਈਮ ਤੋਂ ਬਣੀ ਹੋਈ ਹੈ ਜੀ। ਇਹਨਾਂ ਨੇ ਡੰਪ ਤਾਂ ਜ਼ਰੂਰ ਬਣਾਇਆ ਸੀਗਾ ਪਰ ਇਹ ਕਦੇ ਯੂਜ਼ ਨਹੀਂ ਹੋਇਆ ਹੈਗਾ। ਕੂੜੇ ਕਰਕੇ ਇੱਥੇ ਆਵਾਰਾ ਪਸ਼ੂ ਸ਼ਰੇਆਮ ਘੁੰਮਦੇ ਨੇ, ਖੁੱਲੇ ਘੁੰਮਦੇ ਨੇ ਤੇ ਉਹਦੇ ਕਰਕੇ ਕਾਫੀ ਵਾਰ ਐਕਸੀਡੈਂਟ ਵੀ ਹੋਏ ਨੇ। ਤੇ ਸਾਹਮਣੇ ਬਿਲਕੁਲ ਇਹਦੇ ਸ਼ਮਸ਼ਾਨ ਘਾਟ ਆ ਜੀ। ਜਦੋਂ ਕੋਈ ਡੈਥ ਹੋ ਜਾਂਦੀ ਹੈ ਜਾਂ ਕੋਈ ਇਦਾਂ ਦਾ ਕੇਸ ਹੋ ਜਾਂਦਾ ਤਾਂ ਸਾਹਮਣੇ ਖੜਨਾ ਵੀ 2 ਮਿੰਟ ਲਈ ਦੁਸ਼ਵਾਰ ਹੋ ਜਾਂਦਾ, ਇੰਨਾ ਬੁਰਾ ਹਾਲ ਹੁੰਦਾ। ਬਾਰਿਸ਼ ਦੇ ਵਿੱਚ ਤਾਂ ਇਹ ਬਿਲਕੁਲ ਤੈਰ ਰਿਹਾ ਹੁੰਦਾ ਵਾ ਤੇ ਇੰਨਾ ਕੁ ਜ਼ਿਆਦਾ ਮਾੜਾ ਹਾਲ ਹੁੰਦਾ ਕਿ ਇੱਥੇ ਆਲੇ ਦੁਆਲੇ ਜਿੰਨੀ ਆਬਾਦੀ ਆ, ਪਾਪੂਲੇਸ਼ਨ ਹੈ, ਸਾਰੀ ਸਮੈਲ ਨਾਲ ਬਹੁਤ ਪੀੜਤ ਹੁੰਦੇ ਨੇ ਲੋਕ, ਬਿਮਾਰੀਆਂ ਫੈਲਦੀਆਂ ਨੇ। ਫੈਕਟਰੀਆਂ ਦੇ ਨਾਲ ਰਹਿੰਦੇ ਵੀ ਨੇ ਲੋਕ, ਘਰਾਂ ਦੇ ਵਿੱਚ ਰਿਹਾਇਸ਼ ਵੀ ਹੈ। ਆ ਬਿਲਕੁਲ ਦੇਖ ਲਓ ਪਿੱਛੇ ਬਿਲਕੁਲ ਸਾਰੀ ਰਿਹਾਇਸ਼ ਆ। ਜਦੋਂ ਬਾਰਿਸ਼ ਆਉਂਦੀ ਆ ਬਹੁਤ, ਜਦੋਂ ਕੂੜਾ ਚੱਕਦੇ ਵੀ ਆ ਉਦੋਂ ਪ੍ਰੋਪਰ ਇਹਨੂੰ ਉਹ ਨਹੀਂ ਕਰਕੇ ਜਾਂਦੇ ਕਿ ਸਫਾਈ ਨਹੀਂ ਕਰਕੇ ਜਾਂਦੇ, ਪੂਰੀ ਸਮੈਲ ਉੜਦੀ ਆ। ਬਹੁਤ ਬੁਰਾ ਹਾਲ ਹੁੰਦਾ ਉਦੋਂ। ਸਭ ਬਿਮਾਰੀਆਂ ਵੀ ਇੱਥੇ ਫੈਲਦੀਆਂ ਹੋਣੀਆਂ ਇਸ ਕੂੜੇ। ਬਿਮਾਰੀਆਂ ਜਿਹੜੀ ਡੇਂਗੂ ਜਿੰਨਾ ਵੀ ਹੈਗਾ, ਮਲੇਰੀਆ, ਸਾਰਾ ਕੁਝ ਫੈਲਦਾ ਇੱਧਰ ਏਰੀਆ ਦੇ ਵਿੱਚ। ਤੁਹਾਡੇ ਏਰੀਆ ਦੇ ਵਿੱਚ ਕਾਉਂਸਲਰ ਕੌਣ ਨੇ ਇਸ ਟਾਈਮ? ਟੋਨਾ ਖਰਚਾ ਜੀ ਨੇ ਅਕਾਲੀ ਦਲ ਤੋਂ। ਉਹਨਾਂ ਨਾਲ ਕਦੀ ਗੱਲਬਾਤ ਹੋਈ ਹੈ ਇਸ ਬਾਰੇ? ਉਹਨਾਂ ਨੂੰ ਇੱਥੇ ਨਾਲ ਦਫ਼ਤਰ ਆ, ਉਹਨਾਂ ਨੂੰ ਸਾਰਾ ਕੁਝ ਪਤਾ ਵਾ, ਪੂਰੀ ਜਾਣਕਾਰੀ ਆ। ਜਦੋਂ ਕੋਈ ਹੱਲ ਨਹੀਂ। ਹਰਦੀਪ ਮੁੰਡੀਆਂ ਜੀ ਆਏ ਸੀਗੇ ਜਿਹੜੇ ਵਿਧਾਇਕ ਨੇ ਹਲਕਾ ਦੇ, ਉਹਨਾਂ ਨੂੰ ਮੈਂ ਪੂਰੀ ਜਾਣਕਾਰੀ ਦਿੱਤੀ ਸੀਗੀ, ਬਕਾਇਦਾ ਉਹਨਾਂ ਨੂੰ ਕਿਹਾ ਵੀ ਸੀ ਵੀ ਇੱਥੇ ਵਿਜ਼ਿਟ ਕਰੋ, ਪਰ ਉਹ ਵੀ ਇੱਥੇ ਆਏ ਨਹੀਂ ਹੈਗੇ। ਉਹਨਾਂ ਨੂੰ ਮੈਂ ਕਿਹਾ ਵੀ ਸੀ ਵੀ ਇਹਦਾ ਪੱਕਾ ਪ੍ਰੋਪਰ ਕੋਈ ਢੰਗ ਬਣਾਇਆ ਜਾਵੇ, ਕਿਉਂਕਿ ਇਹਨਾਂ ਨੇ ਡੰਪ ਦਾ ਬਣਾਤਾ ਸਿਰਫ ਇਹ ਕਾਗਜ਼ਾਂ ਦੇ ਵਿੱਚ ਬਣਿਆ ਪਿਆ ਵਾ ਤੇ ਬਣਿਆ ਵੀ ਹੋਇਆ ਵਾ, ਪਰ ਇਹਨੂੰ ਕਦੇ ਯੂਜ਼ ਨਹੀਂ ਕੀਤਾ ਉਹਨਾਂ ਨੇ। ਇਹ ਜ਼ਿਆਦਾਤਰ ਹੁਣ ਦੇਖ ਲਓ ਤੁਸੀਂ, ਗੇਟ ਖੁੱਲ੍ਹਾ ਤੇ ਜਾਨਵਰ ਬਹਿ ਜਾਣਗੇ, ਪਰ ਹੋਰ ਕੋਈ ਕਿਸੇ ਚੀਜ਼ ਲਈ ਯੂਜ਼ ਨਹੀਂ ਕਰਦੇ ਇਹਨੂੰ ਇਹ। ਸੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਲੋਕ ਜੋ ਹੈ ਮਜਬੂਰ ਨੇ ਇੱਥੇ ਰਹਿਣ ਨੂੰ। ਇਸ ਕੂੜੇ ਦੇ ਢੇਰ ਦੇ ਆਸ-ਪਾਸ ਜੋ ਹੈ ਹਾਲਾਤ ਇੰਨੇ ਬੁਰੇ ਬਣੇ ਪਏ ਨੇ ਤੇ ਨਾਲ ਬਿਮਾਰੀਆਂ ਜੋ ਹੈ ਇੱਥੇ ਫੈਲਦੀਆਂ ਨੇ। ਸੋ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ। ਇਸ ਏਰੀਆ ਦੇ ਵਾਰਡ ਨੰਬਰ 28 ਦੀਆਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਇਹ ਤਾਂ ਇੱਕ ਏਰੀਆ ਹੈ ਵਾਰਡ ਨੰਬਰ 28 ਦਾ, ਬਾਕੀ ਹੋਰ ਵੀ ਏਰੀਆਜ਼ ਦੇ ਵਿੱਚ ਜਾਵਾਂਗੇ, ਲੋਕਾਂ ਨਾਲ ਪੁੱਛਗਿੱਛ ਕਰਦੇ ਆ ਕਿ ਲੋਕ ਇਸ ਨੂੰ ਕਿਸ ਤਰ੍ਹਾਂ ਦੇਖਦੇ ਨੇ, ਇਸ ਵਾਰਡ ਨੂੰ 5 ਸਾਲਾਂ ਦੇ ਵਿੱਚ ਇਸ ਦੀ ਤਰੱਕੀ ਹੋਈ ਹੈ ਜਾਂ ਨਹੀਂ ਹੋਈ, ਇਸ ਬਾਰੇ ਗੱਲਬਾਤ ਆਮ ਜਨਤਾ ਨਾਲ ਕਰਦੇ ਆ। ਸੋ ਵਾਰਡ ਨੰਬਰ 28 ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਪਹੁੰਚੇ ਆ, ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਇੱਥੋਂ ਬੀਜੇਪੀ ਦੇ ਜੋ ਮੈਂਬਰ ਨੇ, ਕਾਰਜਕਰਤਾ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਕੀ ਨਾਮ ਹੈ ਤੁਹਾਡਾ? हरिंदर कुशवाहा। ਹਰਿੰਦਰ ਜੀ, 28 ਵਾਰਡ ਨੰਬਰ 'ਚ ਰਹਿ ਰਹੇ ਹੋ, ਕਿੰਨੇ ਸਾਲਾਂ ਤੋਂ ਰਹਿ ਰਹੇ ਹੋ? ये 25-30 साल से रही जी। 25-30 ਸਾਲਾਂ ਦੇ ਵਿੱਚ। ਇਹ ਕਲੋਨੀ ਜਿੱਥੇ ਆਪਾਂ ਖੜੇ ਆ, ਕੀ ਨਾਮ ਹੈ ਇਹਦਾ? ये प्रेमनगर ढंडारी खुर्द है जी। ਪ੍ਰੇਮ ਨਗਰ। ਜੋ ਹਾਲਾਤ ਨੇ ਕਲੋਨੀ ਦੇ ਅਸੀਂ ਦੇਖ ਰਹੇ ਹਾਂ, ਕਿੰਨੇ ਸਮੇਂ ਤੋਂ ਇਹੀ ਹਾਲਾਤ ਨੇ? जब शुरुआत से यही समय के हालात हैं कि जो 28 सालों में कभी इन्होंने एक ईंट तक नहीं लगाई हुई है और ना सीवरेज पे कोई ध्यान दिया हुआ है। सबसे गंदा बहुमूल्य एरिया यही है। हाँ जी। सीवरेज का पानी की लीक होता है ते बारिशों से की माहौल होता है? बारिश से तो जलमग्न हो जाता है, सारी रास्ते तक नहीं रह जाते, घरों में पानी घुसना शुरू हो जाता है और इसमें सबसे बड़ी प्रॉब्लम आती है।
हाँ जी। कचरे दी की प्रॉब्लम है? कूड़े कचरे का तो यहाँ डंप यार्ड भी नहीं है ना, कुछ कूड़ा कचरा उठाते हैं, जहाँ भी है वहीं साड़ देते हैं, फिर भी जमा ही रहता है। और ये सब सीवरेज में चले जाते हैं, जाम होने की वजह से भी बिल्कुल काम नहीं होता है। हाँ, कोई सुनवाई नहीं है, कोई देख रेख नहीं है। और यहाँ हमारे मौजूद टोना काउंसलर हैं, टोना गर्चा जी, जो आज तक लोगों के बारे में ना सुनने आते हैं ना करवाने आते हैं। और सबसे ज़्यादा पेज जो है अपना दूषित जल है, जो हमारे टूटी सीवरेज चलते हैं, पानी जो बिल है और टूटी का सफाई लाइन है वो बिल्कुल ही बंद रहता है। और जो सबसे गंदा पानी आज भी चेक कर लीजिए उसकी नेगेटिव ही आएगी। और जो समरसीबल लगाते हैं, सबसे बड़ी प्रॉब्लम समरसीबल लगाते हैं, उसके भी इन्होंने चार्ज बना के रखा हुआ है कि हमको चार्ज लेके ही काम करना है। और एक पैसे का भी काम नहीं, कोई भी गटर खुलता है सबसे ज़्यादा पहले पैसे मांगते हैं, उसके बाद ही कोई काम करने के लिए तैयार होते हैं। और जो कितने को कोई कितने बार देगा। मौके पर काउंसलर है यहीं पर अपने प्रेमनगर 28 नंबर टंडारी पिंड में ही रहते हैं, जो कि कभी इन्होंने कभी नहीं लोगों का सुना कि हाँ भाई समस्या भी होती है। तो पीने वाला पानी गंदा आंदा है तो फिर बीमारियां भी इतने होंगी होनी? जी बहुत ज़्यादा है जी। ये तो सारी टंडारी जितने अपने क्लिनिक हैं उसमें जाके पता कीजिए, सारी गंद ही गंद है। और सभी में लोग बीमार होके पड़े हुए हैं बेचारे, क्या करें। यहाँ से भी थोड़ा सा बीमार होते हैं तो एरिया बदलते हैं, या तो गांव पे जाके फिर दवाई और इलाज कराते हैं। हाँ, यहाँ पे तो कोई उनकी कोई सुविधा से वही दिख रही, जमा नहीं सुनता बिल्कुल नहीं जी, बिल्कुल नहीं जी। वो चुनाव के समय आप मौके पे आते हैं जी और काम करा के अपने लोगों के साथ में कहते हैं आप मेरे साथी हो, आप मेरे लोग हो, उसके बाद चले जाते हैं। उसके बाद तो कोई देखा ही नहीं है। तो पार्टी आम आदमी पार्टी आई है पंजाब ਦੇ ਵਿੱਚ ਤੇ ਐਮਐਲਏ जो ने हल्का ਦੇ ईस्ट ਦੇ ਉਹਨਾਂ ਨਾਲ ਵੀ ਗੱਲਬਾत हुई इस बार? हाँ जी, उन्होंने भी गलबात हुई। वो कहते हैं कि हमको थोड़ा समय दो। अब समय कितने का समय दीजिए? करीब चुनाव नगर निगम के नज़दीक आ गए, फरवरी में होने वाले हैं। लोग नजदीक आगे फिर भी काउंसलर नहीं आए? कोई नहीं जी आ रहा, मौके तक कोई भी नहीं आ रहा जी। अभी आप देख रहे हैं हालात कैसे हैं। कूड़े का ढेर लगा हुआ है, यहाँ धूल मिट्टी दूषित पड़ा हुआ है जी। हाँ, फिर भी कोई सुनवाई नहीं है। पूरा एरिया, अभी कई गलियां ऐसी हैं जो कोई देखने वाला भी नहीं है, वहाँ जाने लायक रास्ता नहीं है जी। मैं आपको मौके पे ही दिखा सकता हूँ। हाँ जी। क्या नाम है आपका? क्यामुद्दीन। तो क्या कहना चाहोगे, यहाँ पे कब से रह रहे हो? हम तो 91 में आए थे यहाँ पर। अच्छा, तब से यहीं पे हाँ, यहीं पर रह रहे हैं। क्या कौन कौन है परिवार में? परिवार में माँ है, पापा है, बीवी है, बच्चे हैं हमारे। हाँ, तो बच्चों के क्या हालात है यहाँ पे? ना खेलने कूदने, ना सड़क चलने के लिए भी? कुछ भी नहीं है, कोई सुविधा नहीं है। हाँ, और यहाँ पर जो गलियाँ जो है इतनी गंदी है कि मेरे पापा की दुकान वहाँ होती थी पहले। अब पापा ने मेरा दुकान बंद कर दिया क्योंकि गलियाँ चलने लायक नहीं थी। अब घर में बैठे हुए हैं वो। हाँ, अब आम आदमी पार्टी आई हुई है, हमने उनको वोट दिया है, उन्होंने कुछ भी नहीं किया। और जो काउंसलर है यहाँ के वो कोई नहीं सुनते हैं उनको आए भी नहीं। ना, कभी नहीं आए। हाँ, वो कोई नहीं सुनता यहाँ पर। क्या नाम क्या आपका? राजकुमार। तो राजकुमार जी, आप कब से रह रहे हो यहाँ? मैं 97 से रह रहा हूँ। 97 से रह रहे हो और ऐसे ही हालात हैं? नहीं, सब इसके ये 8-9 साल से है। अच्छा, हाँ, पहले ये 8 ठीक था। पहले तो बिल्कुल ठीक था, पूरा एरिया बहुत बढ़िया था। 97 से इसी ज़मीन पर हूँ, अभी भी मैं इसी ज़मीन पर हूँ। ये सब लोग मैं सब बात में फिलहाल तो सीवरेज का पानी जो है ले घट है, जब बारिश आ जाती है बारिश बहुत में बुरा आप है। हम यहाँ लोग खड़े नहीं ड्यूटियाँ हो जाते हैं, इतना पानी हेलकर जाते हैं। यहाँ इतना पानी लग जाती है, बच्चे हम लोग यहाँ इतना पानी लगता है। और वो जो है वो ठेला वाला वो जूता पहन के निकलता है यहाँ से, है कि नहीं सर? हाँ। क्या नाम है आपका? मनोज शर्मा। क्या कहोगे इसके बारे में? बहुत बुरे हालात हैं जी यहाँ के। मेन ये लिंक रोड है आपका, ये पिछले 7-8 सालों से ऐसे ही ब्लॉकेज हुआ है। पानी की व्यवस्था एकदम निगेटिविटी है। पानी आप टोटी की सप्लाई जो आती है आप यूज नहीं कर सकते हैं, जिसकी वजह से सबमर्सिबल की संख्या ज़्यादा हुई है। सबमर्सिबल की संख्या ज़्यादा होने की वजह से पानियों का ओवरफ्लो है और साफ़ सफाई का बिल्कुल ही ध्यान नहीं है यहाँ पे। कुछ भी ध्यान नहीं होता है। बच्चों के खेलने कूदने के लिए कोई ग्राउंड उपस्थित नहीं है यहाँ पे। सो बिल्कुल महिलावां ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੈਮਰੇ ਸਾਹਮਣੇ ਨਹੀਂ ਆਣਾ ਚਾਹੁੰਦੇ ਕੁਝ ਲੋਕ ਜੋ ਹੈ ਨਹੀਂ ਬੋਲ ਸਕਦੇ ਪ੍ਰੋਪਰ ਢੰਗ ਨਾਲ, ਜੋ ਉਹਨਾਂ ਦੀ ਤਕਲੀਫਾਂ ਨੇ, ਜੋ ਉਹਨਾਂ ਦੀ ਪ੍ਰੋਬਲਮਸ ਨੇ। ਲੇਕਿਨ ਪ੍ਰੋਬਲਮਸ ਜੋ ਹੈ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਉਬੜ ਖਾਬੜ ਸੜਕਾਂ ਨੇ, ਬੱਚਿਆਂ ਦਾ ਇੱਥੇ ਮਾਹੌਲ ਜੋ ਹੈ ਖਰਾਬ ਹੈ, ਨਾ ਬੱਚੇ ਕੰਮ ਖੇਡ ਸਕਦੇ ਨੇ। ਤੇ ਗੱਲ ਇੱਥੇ ਲੋਕ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਡੇਂਗੂ ਦੇ ਮਰੀਜ਼ ਵੀ ਇਸ ਏਰੀਆ ਤੋਂ ਨੇ। ਜੀ ਹਾਂ, ਬਿਲਕੁਲ ਪੂਰੇ ਸ਼ਹਿਰ ਦੇ ਵਿੱਚ ਡੇਂਗੂ ਦੇ ਮਰੀਜ਼ ਸਭ ਤੋਂ ਜ਼ਿਆਦਾ ਇਸ ਏਰੀਆ ਦੇ ਵਿੱਚ ਹੈ। ਲਾਈਵ ਤਸਵੀਰ ਤੁਹਾਨੂੰ ਦਿਖਾ ਦਈਏ, ਆਟੋ ਆ ਰਿਹਾ। ਸੋ ਇਹ ਹਾਲਾਤ ਨੇ ਵਾਰਡ ਨੰਬਰ 28 ਦੇ, ਜੋ ਤੁਹਾਨੂੰ ਤਸਵੀਰਾਂ ਦੇ ਵਿੱਚ ਬਿਆਨ ਕੀਤੇ, ਜਿੱਥੇ ਕੂੜੇ ਕਚਰੇ ਦੀ ਪ੍ਰੋਬਲਮ ਹੈ ਇਸ ਏਰੀਆ ਦੇ ਵਿੱਚ, ਸੀਵਰੇਜ ਦੇ ਪਾਣੀ ਦੀ ਹੈ, ਸੜਕਾਂ ਦੀ ਵੀ ਪ੍ਰੋਬਲਮ ਹੈ। ਇੱਥੇ ਗੱਲਬਾਤ ਕਰਦੇ ਆ, ਕੁਝ ਲੋਕ ਮੌਜੂਦ ਨੇ। ਹੋਰ ਸੜਨਾ ਕੀ ਨਾਮ ਹੈ ਸਰ ਤੁਹਾਡਾ? मैडम मैं अनिल कुमार, जी। निवासी दुर्गा कॉलोनी, मेन मार्केट, कृष्णा मार्केट। दुर्गा
ਕਲੋਨੀ ਦਾ ਇਹ ਨਾਮ ਹੈ ਕਲੋਨੀ ਦਾ, ਤੇ ਕੀ ਹਾਲਾਤ ਨੇ ਪਿਛਲੇ ਕਿੰਨੇ ਸਮੇਂ ਤੋਂ ਇਹੋ ਜਿਹੀਆਂ ਸੜਕਾਂ ਨੇ, ਸੀਵਰੇਜ ਦਾ ਪਾਣੀ ਹੈ, ਕੀ ਕਹਿਣਾ ਚਾਹੋਗੇ? ਕਦੋਂ ਤੋਂ ਇੱਥੇ ਰਹਿ ਰਹੇ ਹੋ? मैडम जी मेरे को 31 साल हो गए यहाँ रहते हुए। ये आवाज़ें मैंने कई बार प्रशासन, नगर निगम सब तक आवाज़ें पहुँचाई, लेकिन किसी का ध्यान नहीं रहा। यहाँ से प्रतिदिन इंडस्ट्रीज एरिया के लिए 1 लाख से 1.5 लाख पब्लिक का आना जाना है। यही रास्ता एक है जो को फोकल पॉइंट को मंगली, पवापिंड, गोविंदगढ़, टंडारी को जोड़ता है। यही एक सड़क है और इस सड़क की ये पोजीशन आप देख रहे हैं कि कैसी पोजीशन हुई पड़ी है। ये बहुत बुरा हाल है। तो कई बार सरकार को चाहिए कि यहाँ पर लेबर क्लास के भी लोग रह रहे हैं और आने जाने में लोगों को बहुत ज़्यादा प्रॉब्लम है। अभी तो बरसात का सीज़न भी नहीं है। बरसात के सीज़न में यहाँ पर लोग पब्लिक गिरती है, आना जाना बहुत ही मुश्किल सा होगा। तो मैं प्रशासन से यही कहना चाहूँगा आपके चैनल के माध्यम से कि इस सड़क का कोई ना कोई सुधार, सूरज का पानी का सुधार सरकार को करना चाहिए। क्यों वर्तमान सरकार भगवंत मान जी की, अपने मुख्यमंत्री जी की, पंजाब सरकार के, उनके बात तक मेरी पहुंचनी चाहिए कि इस पिछड़े हुए एरिया का सुधार करें। क्यों यहीं के लोगों की आबादी से यहाँ को फैक्ट्री में काम करने वाले कम से कम 2.5 से 3 लाख पब्लिक का यहाँ से आना जाना रोज का होता है। ਸੋ ਕੀ ਨਾਮ ਹੈ ਸਰ ਤੁਹਾਡਾ? ਮੇਰਾ ਸੋਨੂ ਨਾਮ ਹੈ ਜੀ। ਇੱਥੇ ਹੀ ਰਹਿੰਦੇ ਹੋ? ਹਾਂਜੀ, ਸਾਹਮਣੇ ਆਪਣਾ ਮਕਾਨ ਹੈਗਾ ਜੀ। ਜੀ ਜੀ। ਤੇ ਕੀ ਕਹਿਣਾ ਚਾਹੋਗੇ, ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ, ਕੀ ਹਾਲਾਤ ਨੇ? ਮੈਂ 8 ਤੋਂ 10 ਸਾਲ ਤੋਂ ਰਹਿ ਰਿਹਾ ਇੱਥੇ। ਦੇਖ ਹੀ ਰਹੇ ਹੋ ਕੀ ਹਾਲ ਹੈ ਜੀ। ਰੋਡ ਟੁੱਟੇ ਪਿਆ ਵਾ, ਸਾਹਮਣੇ ਕੂੜੇ ਦਾ ਢੇਰ ਲੱਗਿਆ ਹੋਇਆ ਵਾ, ਨਾ ਕੂੜਾ ਚੱਕਣ ਵਾਲਾ ਕੋਈ ਆ ਰਿਹਾ ਵਾ, ਨਾ ਰੋਡ ਸਹੀ ਹੋ ਰਿਹਾ, ਨਾ ਸੀਵਰੇਜ ਸਾਫ਼ ਹੋ ਰਿਹਾ, ਨਾ ਵਾਟਰ ਸਪਲਾਈ ਸਹੀ ਦੀ ਆ, ਨਾ ਸਟਰੀਟ ਲਾਈਟ ਦਾ ਕੋਈ ਸੁਵਿਧਾ ਦਾ ਕੋਈ ਵੀ ਮੁਹੱਈਆ ਨਹੀਂ ਕਰਾਇਆ ਜਾ ਰਿਹਾ, ਨਾ ਕੋਈ ਸੁਣਵਾਈ ਹੋ ਰਹੀ ਹੈ। ਫੋਨ ਤੇ ਫੋਨ ਅਸੀਂ ਕਰਦੇ ਹਾਂ, ਕਹਿੰਦੇ ਅੱਜ ਹੋ ਜਾਊਗਾ, ਕੱਲ ਹੋ ਜਾਊਗਾ, ਪਰ ਕੋਈ ਹੱਲ ਨਹੀਂ ਹੈਗਾ। ਸਵੇਰ ਤੋਂ ਸ਼ਾਮ ਤੱਕ ਇਸੇ ਗੰਦ 'ਚ ਰਹਿਣਾ ਪੈਂਦਾ ਸਾਨੂੰ। ਬਿਮਾਰੀਆਂ ਵੀ ਫੈਲਦੇ ਆ, ਛੋਟੇ ਛੋਟੇ ਬੱਚੇ ਹੈਗੇ ਬਿਮਾਰ ਹੋ ਰਹੇ ਨੇ, ਮੱਛਰ ਪੈਦਾ ਹੋ ਰਹੇ ਨੇ, ਕੋਈ ਸੁਣਵਾਈ ਨਹੀਂ। ਕੋਈ ਕਿੱਥੇ ਵੀ ਚਲੇ ਜਾਈਏ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ। ਬਿਲਕੁਲ ਲੋਕ ਪਰੇਸ਼ਾਨ ਨੇ ਇੱਥੇ। ਲੋਕਾਂ ਦਾ ਇਹ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਸੜਕਾਂ ਨਹੀਂ ਬਣੀਆਂ ਹੋਈਆਂ ਨੇ ਤੇ ਬਿਮਾਰੀ ਦਾ ਘਰ ਜੋ ਹੈ ਏਰੀਆ ਲਗਾਤਾਰ ਬਣਦਾ ਜਾ ਰਿਹਾ। ਪ੍ਰਸ਼ਾਸਨ ਤੱਕ ਅਪੀਲ ਕੀਤੀ ਗਈ ਲੇਕਿਨ ਕੋਈ ਹੱਲ ਨਹੀਂ ਹੁੰਦਾ। ਰੋਜ਼ ਲਾਰੇਬਾਜ਼ੀ ਜ਼ਰੂਰ ਹੁੰਦੀ ਹੈ ਲੇਕਿਨ ਇਸ ਏਰੀਆ ਦਾ ਹੱਲ ਨਹੀਂ ਹੁੰਦਾ। ਲੇਬਰ ਕਲਾਸ ਇੱਥੇ ਰਹਿੰਦੀ ਹੈ, ਤਕਰੀਬਨ 2 ਤੋਂ 2.5 ਲੱਖ ਵਰਕਰਸ ਜੋ ਆਸ-ਪਾਸ ਦੀ ਫੈਕਟਰੀਆਂ 'ਚ ਕੰਮ ਕਰਦੇ ਨੇ ਉਹ ਇੱਥੇ ਰਹਿੰਦੇ ਨੇ ਤੇ ਉਹੀ ਵਰਕਰਸ ਇਸ ਹਾਲਾਤ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਜਿਨ੍ਹਾਂ ਦੇ ਕਰਕੇ ਲੁਧਿਆਣਾ ਸ਼ਹਿਰ ਦੀ ਫੈਕਟਰੀਆਂ ਚੱਲਦੀਆਂ ਨੇ। ਸੋ ਬਿਲਕੁਲ ਤਸਵੀਰਾਂ ਬੇहद ਤਰਸਯੋਗ ਨੇ ਤੇ ਪ੍ਰਸ਼ਾਸਨ ਜੋ ਹੈ ਇਸ ਤੇ ਕਾਰਵਾਈ ਨਹੀਂ ਕਰ ਰਿਹਾ ਹੈ। ਸਰਕਾਰ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਮਜਬੂਰਨ ਇਹ ਲੋਕ ਇਸੀ ਮਾਹੌਲ ਦੇ ਵਿੱਚ ਰਹਿਣ ਲਈ ਮਜਬੂਰ ਹੋਏ ਨੇ। ਸੋ ਗੱਲਬਾਤ ਕਰਾਂਗੇ ਇੱਥੋਂ ਦੇ ਕਾਉਂਸਲਰ ਦੇ ਨਾਲ, ਕੀ ਕਹਿਣਾ ਉਹਨਾਂ ਦਾ ਇਸ ਦੇ ਉੱਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡੇ ਇਲਾਕੇ ਦਾ ਜਾਇਜ਼ਾ ਲੈ ਰਹੇ ਸੀਗੇ, ਵਾਰਡ ਨੰਬਰ 28 ਦਾ, ਤੇ ਕੁਝ ਕਲੋਨੀਆਂ ਦੇ ਵਿੱਚ ਆਏ ਸੀ ਜਿੱਥੇ ਹਾਲਾਤ ਕਾਫੀ ਮਾੜੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੰਮ ਨਹੀਂ ਹੋਏ, ਸੜਕਾਂ ਟੁੱਟੀਆਂ ਪਈਆਂ ਨੇ, ਸੀਵਰੇਜ ਦਾ ਪਾਣੀ, ਦੁਰਗਾ ਕਲੋਨੀ। ਸੋ ਕੀ ਕਹਿਣਾ ਚਾਹੋਗੇ ਸਰ ਉਸ ਬਾਰੇ, ਕਿਉਂ ਕੰਮ ਨਹੀਂ ਹੋ ਪਾਇਆ ਇਸ ਇਲਾਕੇ 'ਚ? ਦੇਖੋ ਸਾਖੀ ਜੀ, ਗੱਲ ਇਹ ਆ ਵੀ ਜਿਸ ਟਾਈਮ ਮੈਂ ਕਾਉਂਸਲਰ ਬਣਿਆ ਸੀਗਾ ਜੀ ਤੇ ਸਰਕਾਰ ਆ ਗਈ ਕਾਂਗਰਸ ਦੀ, ਠੀਕ ਹੈ ਜੀ ਜੀ, ਤੇ ਬਟ ਫੇਰ ਵੀ ਮੈਂ ਦਿਨ ਰਾਤ ਇੱਕ ਕਰਕੇ ਧਰਨੇ ਪ੍ਰਦਰਸ਼ਨ ਕਰਕੇ ਆਪਦੇ ਪ੍ਰੇਮ ਨਗਰ 'ਚ ਸੀਵਰੇਜ ਪਵਾਇਆ, ਠੀਕ ਹੈ। ਦੂਸਰਾ ਆਪਣਾ ਮਸਜਿਦ ਵਾਲੀ ਗਲੀ 'ਚ ਪਵਾਇਆ, ਠੀਕ ਹੈ ਜੀ। ਤੀਸਰਾ ਆਪਣੇ ਪਿੰਡ ਵਾਲੀਆਂ ਰੋਡਾਂ ਬਣਾਈਆਂ, ਠੀਕ ਹੈ ਜੀ। ਚੌਥਾ ਮੈਂ ਜਿਹੜਾ ਸਭ ਤੋਂ ਵੱਡਾ ਕੰਮ ਆ ਜਿਹਦੇ ਪਿੱਛੇ ਮੇਰਾ MLA ਨਾਲ ਪੰਗਾ ਪਿਆ ਸੀ ਉਹ ਬਣਵਾਇਆ ਜੀ ਡਿਸਪੋਜ਼ਲ, ਠੀਕ ਹੈ। ਕਿਉਂਕਿ ਇਸ ਏਰੀਆ ਦੇ ਵਿੱਚ ਜਿੰਨੇ ਵੀ ਪਹਿਲਾਂ ਕਾਉਂਸਲਰ ਆਏ ਨੇ ਕਿਸੇ ਨੇ ਕੁਛ ਨਹੀਂ ਕਰਿਆ ਹੈਗਾ, ਠੀਕ ਹੈ। ਤੇ ਜਿਹੜਾ ਵੀ ਕੰਮ ਇੱਥੇ ਪਹਿਲਾਂ ਜਿਵੇਂ ਸੀਵਰ ਪਿਆ ਹੋਇਆ ਛੋਟਾ ਪਿਆ ਹੋਇਆ ਸੀਗਾ ਉਹ 8 ਇੰਚੀ 10 ਇੰਚੀ, ਤੇ ਉਹਦੇ ਅਕੋਰਡਿੰਗ ਇੱਥੇ ਆਬਾਦੀ ਵੱਧ ਗਈ ਬਹੁਤ ਜ਼ਿਆਦਾ ਕਿਉਂਕਿ ਸਾਰਾ ਪ੍ਰਵਾਸੀ ਬੰਦਾ ਰਹਿੰਦਾ ਔਰ ਲਗਭਗ 6 ਤੋਂ 7 ਲੱਖ ਦੇ ਵਿੱਚ। ਤੇ ਦੂਸਰਾ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਕਮੀ ਆ, ਇਹ ਚਲਾਨ ਨਹੀਂ ਕਰਦੇ ਹੈਗੇ ਬਿਲਕੁਲ ਵੀ। ਜਿਹੜੇ ਲਿਫਾਫੇ ਨੇ, ਪਲਾਸਟਿਕ ਨੇ, ਉਹ ਸਾਰੇ ਵਿੱਚ ਸੀਵਰੇਜ ਸਿੱਟੀ ਜਾਂਦੇ ਨੇ ਜਿਹਦੇ ਕਰਕੇ ਦਿੱਕਤ ਆ। ਪਰ ਹਜੇ ਤਾਂ ਤੁਸੀਂ ਬਹੁਤ ਜ਼ਿਆਦਾ ਠੀਕ ਹੋ ਗਿਆ ਹੈ, ਨਹੀਂ ਤਾਂ ਕੋਈ ਰੋਡ ਤੁਹਾਨੂੰ ਇਦਾਂ ਦੀ ਨਹੀਂ ਸੀ ਲੱਭਣੀ ਜਿਹਦੇ ਪਾਣੀ ਨਹੀਂ ਆਉਂਦਾ ਸੀਗਾ। ਪਰ ਹੁਣ ਜਿਵੇਂ ਵੀ ਅਸੀਂ ਸੁਪਰ ਸੈਕਸ਼ਨ ਕਰਵਾ ਰਹੇ ਹਾਂ ਤੇ ਲਗਭਗ 35 ਤੋਂ 40 35 ਵੈਸੇ ਬਸ ਰਹਿ ਗਿਆ ਜਿੱਥੇ ਪਾਣੀ ਹੈਗਾ ਹੁਣ, ਬਾਕੀ ਜਗ੍ਹਾ ਸਾਰਾ ਪਾਣੀ ਡਰਾਈ ਹੋ ਗਿਆ ਜੀ। ਸਰ ਕੂੜਾ ਵੀ ਜਿੱਦਾਂ ਸੜਕਾਂ ਤੇ ਖਿਲ ਰਿਹਾ ਪਿਆ, ਲੋਕਾਂ ਦਾ ਕਹਿਣਾ ਇੱਥੇ ਬਿਮਾਰੀ ਦਾ, ਡੇਂਗੂ ਦੇ ਸਭ ਤੋਂ ਜ਼ਿਆਦਾ ਮਰੀਜ਼ ਇਸ ਇਲਾਕੇ ਦੇ ਵਿੱਚ ਨੇ। ਉਹ ਜੀ ਵਿਹੜਾ ਮਾਲਕਾਂ ਦੀ, ਦੇਖੋ ਅਸੀਂ ਇਹਨਾਂ ਨੂੰ ਇੱਕ ਵਾਰੀ ਨਹੀਂ 10 ਵਾਰ ਇਹਨਾਂ ਵਿਹੜਾ ਮਾਲਕਾਂ ਦੀ ਮੀਟਿੰਗ ਕਰਕੇ ਇਹਨਾਂ ਨੂੰ ਕਿਹਾ ਵੀ ਜਿੱਥੇ ਕੂੜਾ ਪੁਆਇੰਟ ਆ ਨਾ ਸਾਡਾ ਸ਼ਮਸ਼ਾਨ ਘਾਟ ਕੋਲੇ ਜੀ,
ਵੀ ਉੱਥੇ ਤੁਸੀਂ ਕੂੜਾ ਆਪਦਾ ਸਵੀਪਰ ਲਾਓ, ਉੱਥੇ ਉਹਨੂੰ ਰੇੜਾ ਲੈ ਕੇ ਦਿਓ, ਜਾਂ ਤੁਸੀਂ ਕਿਰਾਇਆ ਇਕੱਠਾ ਕਰ ਦਿਓ ਮਹੀਨੇ ਦਾ ਤਾਂ ਉਹਨੂੰ ਵੀ ਤੁਸੀਂ 5-7 ਹਜ਼ਾਰ ਅਗਰ ਦੇ ਦੋਗੇ, 10 ਹਜ਼ਾਰ ਦੇ ਦੋਗੇ, ਕੋਈ ਫਰਕ ਨਹੀਂ ਪੈਂਦਾ ਹਨਾ। ਤਾਂ ਬਟ ਇਹ ਲੋਕ ਕੀ ਕਰਦੇ ਨੇ ਜੀ, ਜਿਹੜੇ ਲਾਉਂਦੇ ਵੀ ਨੇ ਸਵੀਪਰ, ਉਹ ਰਸਤੇ ਵਿੱਚ ਹੀ ਜਿੱਥੇ ਦੇਖਦੇ ਨੇ ਖਾਲੀ ਜਗ੍ਹਾ ਉੱਥੇ ਸਿੱਟ ਕੇ ਚਲੇ ਜਾਂਦੇ ਨੇ, ਤਾਂ ਕਰਕੇ ਦਿੱਕਤ ਆਈ ਹੈ ਬਹੁਤ ਜ਼ਿਆਦਾ। ਜੀ ਬਿਲਕੁਲ। ਤੇ ਸਟਰੀਟ ਲਾਈਟਾਂ ਵੀ ਸਰ ਇੱਥੇ ਇਲਾਕੇ ਦੇ ਵਿੱਚ ਨਹੀਂ ਹੈ, ਉਹਦਾ ਕੀ ਉਹਦੇ ਬਾਰੇ? ਨਹੀਂ ਮੈਂ ਦੱਸਦਾ, ਸਟਰੀਟ ਲਾਈਟਾਂ ਲਗਭਗ ਸਾਰੀਆਂ ਲੱਗ ਚੁੱਕੀਆਂ ਸੀਗੀਆਂ। ਸਟਰੀਟ ਲਾਈਟਾਂ ਨਾ ਪਿਛਲੀ ਜਿਹੜੀ ਸਰਦੀ ਸੀਗੀ ਉਸ ਟਾਈਮ ਦੇ ਘੱਟੋ ਘੱਟ ਨਹੀਂ ਇੱਥੋਂ ਦੇ 60 ਤੋਂ 70 ਬਲਬ ਚੋਰੀ ਹੋਏ ਨੇ। ਉਹ ਚੋਰੀ ਕੌਣ ਕਰਦਾ ਨੇ? ਇਹਨਾਂ ਦੇ ਆਪਦੇ ਹੀ ਬੰਦੇ ਕਰਵਾ ਕੇ ਲੈ ਜਾਂਦੇ ਨੇ। ਜਿਵੇਂ ਕੋਈ ਬੰਦੇ ਨੇ ਕਿਸੇ ਨੇ ਗਾਂ ਸਿਫਾਰਿਸ਼ ਕਰਤੀ, ਉਧਰੋਂ ਚੱਕ ਕੇ ਇੱਧਰ ਲਾ ਦਿੰਦੇ ਨੇ, ਇੱਧਰੋਂ ਚੱਕ ਕੇ ਉੱਧਰ ਲਾ ਦਿੰਦੇ ਨੇ। ਹੁਣ ਸਾਨੂੰ ਮੇਅਰ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਤੁਹਾਨੂੰ 100 ਲਾਈਟ ਅਸੀਂ ਪ੍ਰੋਵਾਈਡ ਕਰਾਵਾਂਗੇ ਦਸੰਬਰ ਦੇ ਐਂਡ ਤੱਕ, ਤੇ ਉਹ ਦੇਖੋ ਹੁਣ ਜੇ ਦੇਣਗੇ। ਜੀ 5 ਸਾਲ ਤਕਰੀਬਨ ਪੂਰੇ ਹੋਣ ਵਾਲੇ ਨੇ, ਇਲੈਕਸ਼ਨਸ ਵੀ ਆਉਣ ਵਾਲੇ ਨਗਰ ਨਿਗਮ ਦੇ। ਸੋ ਕਿਸ ਤਰ੍ਹਾਂ ਜਿਹੜੇ ਇਲਾਕੇ ਨਹੀਂ ਡਿਵੈਲਪ ਹੋਏ ਤੁਹਾਡੇ ਵੱਲੋਂ, ਉਹ ਕੰਮ ਕਦੋਂ ਹੋਏਗਾ, ਫਿਰ ਕਿਸ ਤਰ੍ਹਾਂ ਹੋਏਗਾ, ਕੀ ਲੱਗਦਾ ਤੁਹਾਨੂੰ? ਦੇਖੋ ਜੀ, ਜਿੰਨਾ ਵੀ ਮੈਂ ਕੰਮ ਕਰਵਾਇਆ ਵਾ, ਠੀਕ ਹੈ ਕਿ ਨਹੀਂ, ਪਹਿਲਾਂ ਇੱਥੇ ਕੁਝ ਵੀ ਹੈ ਨਹੀਂ ਸੀ। ਈਵਨ ਕਿ ਸਾਡੇ ਪਿੰਡ ਵਾਲੀ ਜਿਹੜੀ ਲਾਈਨ ਆ ਗੁਰਦੁਆਰਾ ਸਾਹਿਬ ਵਾਲੀ, ਇਹ ਵੀ ਰੋਡਾਂ ਦੇ ਵਿੱਚ ਘੱਟੋ ਘੱਟ ਨਹੀਂ 4-4 ਫੁੱਟ ਟੋਏ ਸੀਗੇ। ਇਹ ਸਾਰਾ ਪਿੰਡ ਦਾ ਤਕਰੀਬਨ ਦਸ਼ਮੇਸ਼ ਮਾਰਕੀਟ ਛੱਡ ਕੇ ਬਾਕੀ ਸਾਰੀਆਂ ਰੋਡਾਂ ਸਾਡੀਆਂ ਕੰਪਲੀਟ ਹੋ ਗਈਆਂ ਜੀ। ਤੇ ਜਿਹੜਾ ਹੁਣ ਰਹਿ ਗਿਆ ਏਰੀਆ ਦਾ ਕੰਮ ਉਧਰ, ਤੇ ਉੱਥੇ ਹੁਣ ਜਿਹੜਾ ਅਗਰ ਮੈਨੂੰ ਗਾਹਾਂ ਨੂੰ ਟਾਈਮ ਮਿਲੂਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਆਪਾਂ ਵੱਧ ਤੋਂ ਵੱਧ ਜ਼ੋਰ ਲਾ ਕੇ, ਇੱਥੇ ਹੁਣ ਦੇਖੋ ਸਾਡਾ ਮੇਨ ਸੀਗਾ ਡਿਸਪੋਜ਼ਲ ਦਾ, ਉਹ ਸਾਡਾ ਹੋ ਗਿਆ। ਹੁਣ ਕੰਮ ਕੀ ਆ, ਬਸ ਸੁਪਰ ਸੈਕਸ਼ਨ ਕਰਾ ਕੇ ਰੋਡ ਬਣਾਉਣ ਦਾ ਬਸ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਓਕੇ ਥੈਂਕ ਯੂ ਸਰ। ਸੋ ਬਿਲਕੁਲ ਵਾਰਡ ਨੰਬਰ 28 ਦਾ ਅਸੀਂ ਜਾਇਜ਼ਾ ਲਿੱਤਾ ਤਾਂ ਸਮਰ ਨਿਊਜ਼ ਦੀ ਟੀਮ ਪਹੁੰਚੀ, ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤਾ, ਲੋਕਾਂ ਦੇ ਜੋ ਬਿਆਨ ਨੇ, ਲੋਕਾਂ ਦਾ ਕੀ ਕਹਿਣਾ ਹੈ ਇਸ ਦੇ ਉੱਤੇ, ਵਾਰਡ ਨੰਬਰ 28 ਦੇ ਹਾਲਾਤਾਂ ਬਾਰੇ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਬਿਲਕੁਲ ਤਰਸਯੋਗ ਹਾਲਾਤ ਨੇ ਵਾਰਡ ਨੰਬਰ 28 ਦੇ ਕੁਝ ਇਲਾਕਿਆਂ ਦੇ ਵਿੱਚ। ਇਹੋ ਜਿਹੇ ਹਾਲਾਤ ਨੇ ਕਿ ਸੜਕਾਂ ਤੇ ਚੱਲਣਾ ਵੀ ਔਖਾ ਹੈ ਤੇ ਬਿਮਾਰੀ ਦਾ ਘਰ ਜੋ ਹੈ ਉਹ ਇਲਾਕਾ ਬਣਿਆ। ਇਸ ਦੇ ਨਾਲ ਹੀ ਇੱਥੋਂ ਦੇ ਕੌਂਸਲਰ ਟੋਨਾ ਗਰਚਾ, ਜੋ ਇੱਥੇ ਦੇ ਕੌਂਸਲਰ ਨੇ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਹਾਲਾਂਕਿ ਉਹ ਮਿਲੇ ਨਹੀਂ, ਸ਼ਹਿਰੋਂ ਬਾਹਰ ਗਏ ਹੋਏ ਸੀ, ਲੇਕਿਨ ਫੋਨ ਤੇ ਉੱਤੇ ਉਹਨਾਂ ਨਾਲ ਟਾਈ ਅਪ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ, ਜੋ ਤੁਹਾਨੂੰ ਸੁਣਾਈ ਕਿ ਕੀ ਕਹਿਣਾ ਉਹਨਾਂ ਦਾ ਕਿ ਕਿਉਂ 5 ਸਾਲਾਂ ਦੇ ਵਿੱਚ ਇਹ ਏਰੀਆ ਡਿਵੈਲਪ ਨਹੀਂ ਹੋਏ। ਹਾਲਾਂਕਿ ਉਹਨਾਂ ਵੱਲੋਂ ਜੋ ਹੈ ਇਸ ਦੇ ਉੱਤੇ ਟਿੱਪਣੀ ਕੀਤੀ ਗਈ ਕਿ ਉਹਨਾਂ ਵੱਲੋਂ ਇਹ ਕੰਮ ਕਰਾਏ ਗਏ, ਲੇਕਿਨ ਕੁਝ ਨਾ ਕੁਝ ਰੀਜ਼ਨ ਕਰਕੇ ਕੰਮ ਨਹੀਂ ਹੋ ਪਾਏ ਤੇ ਲੋਕ ਜੇ ਉਹਨਾਂ ਨੂੰ ਦੁਬਾਰਾ ਮੌਕਾ ਦਿੰਦੇ ਨੇ ਤੇ ਇਹ ਕੰਮ ਜ਼ਰੂਰ ਹੋਣਗੇ। ਹੁਣ ਇਹ ਲੋਕਾਂ ਤੇ ਹੈ ਕਿ ਲੋਕ ਕਿਸ ਤਰ੍ਹਾਂ ਦੇਖਦੇ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ। ਤੁਹਾਡਾ ਕੀ ਕਹਿਣਾ ਹੈ ਵਾਰਡ ਨੰਬਰ 28 ਦੇ ਉੱਤੇ? ਸਾਡੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਦ ਸਮਰ ਨਿਊਜ਼। ਕੈਮਰਾਮੈਨ ਰੋਹਿਤ ਕੁਮਾਰ ਦੇ ਨਾਲ ਸਾਕਸ਼ੀ ਸ਼ਰਮਾ ਤੇ ਦਿਲਜੀਤ ਵਿੱਕੀ ਦੀ ਰਿਪੋਰਟ, ਦ ਸਮਰ ਨਿਊਜ਼।